जिसमें टॉक्सिक पॉइजनस गैस होती है। आप क्या हम बच्चों को यहाँ मारने की मंशा से आए थे? ਜਿਵੇਂ ਜਿਵੇਂ जिस तबके नाल माड़ा होंदा रहेगा वो तबका आगे खड़ा होंदा रहेगा। जब हमने किसान आंदोलन को खड़ा किया तो खालिस्तानी बोल दिया, एनआरसी बोला तो पाकिस्तानी बोल दिया। अब यहाँ पर हम देशद्रोही हैं। आपका इरादा क्या था? पीसफुली इतने दिन से ये प्रोटेस्ट चल रहा है, आपसे एक धर्मेंद्र प्रधान का इस्तीफा नहीं लिया गया। कहते ना गुरबाणी दी तोक्या भी जबे बाण लागो तबे रोज जाके हो, वही हो रहा है यहाँ पर। तो इन्हें देशभक्ति साबित करने के लिए इनके नाजायज बाप से क्या नाम सर्टिफिकेट है क्या? तुमने 12 साल में इस देश का बेड़ा गर्क कर दिया। इस देश का हर जाति, हर वर्ग, हर समुदाय तुमसे परेशान है। ऊपर वाले अब तो बख्श दो यार, ऊपर वाले के नाम का बख्श दो, चले जाओ, छोड़ दो गद्दी। ਜੰਤਰ ਮੰਤਰ ਪ੍ਰੋਟੈਸਟ ਦੇ ਖੜੇ ਆ। ਇਹ ਇਸ ਸਦੀ ਦਾ ਕਿਸਾਨ ਅੰਦੋਲਨ ਤੋਂ ਬਾਅਦ ਦੂਜਾ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਤੇ ਇਹਦਾ ਸਾਰਾ ਯੂਥ ਗਵਾਹ ਹੈ ਤੇ ਉਹ ਵੀ ਗਵਾਹ ਨੇ ਜਿਨ੍ਹਾਂ ਨੇ ਇਹਨਾਂ ਯੂਥ ਤੇ ਤਸ਼ੱਦਦ ਕੀਤਾ। ਐਜੂਕੇਸ਼ਨ ਜੋ ਹਰ ਇੱਕ ਦਾ ਰਾਈਟ ਹੈ, ਉਸ ਮੰਗ ਨੂੰ ਲੈ ਕੇ ਕਿਸ ਤਰੀਕੇ ਨਾਲ ਇਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ। ਤਾਂ ਦਿੱਲੀ ਦੇ ਜਿਹੜੇ ਇੱਥੇ ਦੇ ਵਸਨੀਕ ਜਿਹੜੇ ਨਿਵਾਸੀ ਨੇ ਉਹ ਇੱਥੇ ਪ੍ਰੋਟੈਸਟ ਵਿੱਚ ਸ਼ਾਮਲ ਨੇ, ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਦੇ ਅੰਦਰ ਕੀ ਦਰਦ ਹੈ ਨਾ ਬੱਚਿਆਂ ਨੂੰ ਲੈ ਕੇ, ਸਟੂਡੈਂਟ ਨੂੰ ਲੈ ਕੇ, ਯੂਥ ਨੂੰ ਲੈ ਕੇ, ਤੇ ਉਹ ਕੀ ਸੋਚਦੇ ਨੇ। ਜਿਹੜੀ ਈਗੋ, ਜਿਹੜੀ ਐਰੋਗੈਂਸੀ ਨਾਲ ਸਰਕਾਰ ਚੱਲ ਰਹੀ ਹੈ ਕਿ ਕਿੰਨਾ ਟਾਈਮ ਇਦਾਂ ਹੀ ਚੱਲੇਗਾ ਜੀ। ਮੇਰਾ ਨਾਮ ਪਰਮਿੰਦਰ ਸਿੰਘ ਆ, ਮੈਂ ਦਿੱਲੀ ਦਾ ਹੀ ਵਸਨੀਕ ਹੈਗਾ, ਲੋਕਲ ਹੈਗਾ ਦਿੱਲੀ ਤੋਂ। ਤੇ ਜਦੋਂ ਦਾ ਇਹ ਮਤਲਬ ਪ੍ਰੋਟੈਸਟ ਸਟਾਰਟ ਹੋਇਆ ਉਦੋਂ ਤਾਂ ਅਸੀਂ ਦੇਖ ਰਹੇ ਸੀਗੇ ਠੀਕ ਹੈ ਥੋੜੇ ਬਹੁਤ ਬੱਚੇ ਜੁੜ ਰਹੇ ਨੇ, ਜਿਹੜੇ ਸਿਰਫ ਨੀਟ ਐਸਪੀਰੈਂਟ ਨੇ ਜਾਂ ਫਿਰ यूपीएससी ਦੇ ਬੱਚੇ ਸਿਰਫ ਉਹੀ ਜੁੜ ਰਹੇ ਨੇ, ਖਾਸ ਕਰ ਦਿੱਲੀ ਤੋਂ। ਫਿਰ ਇਹਨਾਂ ਨੇ ਬਾਹਰ ਵੀ ਰੈਲੀਆਂ ਕੀਤੀਆਂ, ਅੰਮ੍ਰਿਤਸਰ ਕੀਤੀ, ਜੈਪੁਰ ਕੀਤੀ, ਉੱਥੋਂ ਵੀ ਥੋੜੇ ਬੱਚੇ ਜੁੜੇ। ਪਰ ਇਸ ਟਾਈਮ ਇਸ ਰੈਲੀ 'ਚ ਸਭ ਤੋਂ ਵੱਡੀ ਗੱਲ ਹੈ ਕਿ ਪੂਰੇ ਦੇਸ਼ ਤੋਂ ਬੱਚੇ ਜੁੜ ਰਹੇ ਨੇ। ਕੋਸ਼ਿਸ਼ ਉਹਨਾਂ ਨੂੰ ਵੀ ਰੋਕਣ ਦੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਉਹ ਜੁੜ ਰਹੇ ਨੇ, ਸਾਰੇ ਕਿਸੇ ਨਾ ਕਿਸੇ ਤਰੀਕੇ ਨਾਲ ਆ ਰਹੇ ਨੇ। ਦੂਜੀ ਗੱਲ ਇਹ ਕਿ ਸਾਨੂੰ ਦੇਖ ਕੇ ਚੰਗਾ ਲੱਗਾ ਕਿ ਪਹਿਲੀ ਵਾਰ ਸਾਨੂੰ ਮਤਲਬ ਕਿ ਮਾਹੌਲ ਵਾਲੀ ਗੱਲ ਆ ਪਰ ਕਿ ਜੈਨਜ਼ੀ ਨੇ ਬਹੁਤ ਵੱਡਾ ਕਦਮ ਚੱਕਿਆ। ਭਾਵੇਂ ਤੁਸੀਂ ਇਹ ਸੋਚੋ ਵੀ ਦੂਜੇ ਦੇਸ਼ਾਂ ਨੂੰ ਦੇਖ ਕੇ ਹੀ ਸਹੀ ਉਹਨਾਂ ਨੂੰ ਥੋੜਾ ਇਹ ਬਣਿਆ ਕਿ ਨਹੀਂ ਇਹ ਚੀਜ਼ ਗਲਤ ਹੋ ਰਹੀ ਹੈ, ਹੋਣੀ ਚਾਹੀਦੀ ਹੈ, ਪਰ ਉਹ ਇੱਕ ਕਹਿੰਦੇ ਨਾ ਗੁਰਬਾਣੀ ਦੀ ਤੋਕਿਆ ਵੀ ਜਬੇ ਬਾਣ ਲੱਗੋ ਤਬੇ ਰੋਸ ਜਾਗਿਓ, ਉਹੀ ਹੋ ਰਿਹਾ। ਜਿਵੇਂ ਜਿਵੇਂ ਜਿਸ ਤਬਕੇ ਨਾਲ ਮਾੜਾ ਹੁੰਦਾ ਰਹੇਗਾ ਉਹ ਤਬਕਾ ਆਗੇ ਖੜਾ ਹੁੰਦਾ ਰਹੇਗਾ। ਇਹ ਗੱਲ ਇਸ ਟਾਈਮ ਤੇ ਹਿੰਦੁਸਤਾਨ 'ਚ ਹੋ ਰਹੀ ਹੈ। ਹੁਣ ਤੁਸੀਂ ਭਾਵੇਂ ਕਿਸਾਨਾਂ ਦਾ ਮੋਰਚਾ ਹੋਵੇ ਤੇ ਕੋਵਿਡ ਦੇ ਟਾਈਮ ਤੇ ਡਾਕਟਰਾਂ ਨੇ ਵੀ ਕਾਫੀ ਪ੍ਰੋਟੈਸਟ ਕੀਤਾ ਸੀਗਾ, ਉਹਨਾਂ ਦੀ ਸੈਲਰੀ ਨੂੰ ਲੈ ਕੇ, ਕੰਮ ਦੇ ਵਰਕਿੰਗ ਆਵਰਸ ਨੂੰ ਲੈ ਕੇ ਉਹਨਾਂ ਨੂੰ ਵੀ ਲੱਟ ਪਏ। ਜਿਹੜੇ ਆਪਾਂ ਟੀਚਰ ਸੀਗੇ ਉਹਨਾਂ ਨੂੰ ਵੀ ਕੁੱਟਿਆ ਗਿਆ। ਇਸ ਟਾਈਮ ਤੇ ਮਤਲਬ ਇਸ ਟਾਈਮ ਤੱਕ ਦੇਸ਼ ਦੇ ਹਰ ਤਬਕੇ ਨੂੰ ਕੁੱਟ ਕੇ ਬਿਠਾ ਚੁੱਕੇ ਲੋਕ, ਸਾਰੇ ਨਾਲ ਧੱਕਾ ਹੋ ਚੁੱਕਿਆ ਆਲਰੇਡੀ। ਬਹੁਤ ਘੱਟ ਤਬਕੇ ਰਹਿ ਗਏ ਨੇ ਜਿਹਦੇ ਨਾਲ ਧੱਕਾ ਹੋਣਾ ਬਾਕੀ ਹੈ। ਜਰਨਲਿਜ਼ਮ ਵੀ ਜਿਹੜੇ ਤੁਹਾਡੇ ਵਰਗੇ ਲੋਕ ਨੇ, ਇੰਡੀਪੈਂਡੈਂਟ ਮੀਡੀਆ ਹੈਗੀ ਹੈ, ਉਹ ਸਾਨੂੰ ਕਵਰੇਜ ਕਰਦੀ ਹੈ, ਇਹਨਾਂ ਚੀਜ਼ਾਂ ਨੂੰ ਦਿਖਾਉਂਦੀ ਹੈ। ਮੇਨਸਟ੍ਰੀਮ ਮੀਡੀਆ ਕੋਈ ਨਹੀਂ ਆਏਗਾ, ਆਣਾ ਵੀ ਨਹੀਂ ਚਾਹੀਦਾ। ਖੈਰ ਉਹਨਾਂ ਦਾ ਮਤਲਬ ਹੀ ਨਹੀਂ ਬਣਦਾ ਕਿਉਂਕਿ ਉਹਨਾਂ ਦੇ ਸਾਹਮਣੇ ਗੱਲਬਾਤ ਨਹੀਂ ਹੁੰਦੀ ਇੱਥੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਸ ਤਰੀਕੇ ਨਾਲ ਗੱਲਾਂ ਸਾਹਮਣੇ ਦਿਖਾਈ ਜਾ ਰਹੀਆਂ, ਅੱਜ ਵੀ ਅਸੀਂ ਦੇਖਦੇ ਹਾਂ, ਰੀਲਾਂ ਦੇਖਦੇ ਹਾਂ ਵੀ ਹਾਂ ਵੀ ਕਈ ਲੋਕ ਇਹਨਾਂ ਨੂੰ ਡਿਸਕ੍ਰੈਡਿਟ ਕਰਨ ਲਈ ਕੁਝ ਵੀ ਕਹਿ ਰਹੇ ਨੇ। ਭਾਵੇਂ ਉਹ ਸੋਨਮ ਵਾਂਗਚੁਕ ਹੋਣ, ਮੈਂ ਕਹਿੰਦਾ ਭਾਵੇਂ ਉਸ ਬੰਦੇ ਕੋਲ 0 ਪੇਟੈਂਟ ਹੈ, ਮੈਂ ਕਹਿੰਦਾ ਭਾਵੇਂ ਉਹ ਬੰਦਾ ਨੇ ਕੁਝ ਕੀਤਾ ਕਿ ਨਹੀਂ ਕੀਤਾ, ਪਰ ਅੱਜ ਜੇ ਉਹ ਬੱਚਾ ਨਾਲ ਆ ਕੇ ਖੜਾ ਹੋ ਰਿਹਾ, ਇਹੀ ਬਹੁਤ ਵੱਡੀ ਗੱਲ ਹੈ। ਇਹੀ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਬਾਹਰੋਂ ਬੰਦਾ ਆ ਕੇ ਸਾਨੂੰ, ਕੋਈ ਲਦਾਖ ਤੋਂ ਬੰਦਾ ਆ ਕੇ ਸਪੋਰਟ ਕਰ ਰਿਹਾ, ਇਹ ਬਹੁਤ ਵੱਡੀ ਗੱਲ ਆਪਣੇ ਆਪ। ਉਹਨੂੰ ਅਗਲੇ ਬੰਦੇ ਨੂੰ ਕੀ ਬੈਠੀ ਸੀ, ਉਹ ਆਪਣਾ ਉੱਥੇ ਬਹਿ ਕੇ ਲਦਾਖ ਦਾ ਪ੍ਰੋਟੈਸਟ ਦੇਖਦਾ ਕੀ ਪਈ ਸੀ, ਉਹਨੂੰ ਕਿੱਥੇ ਆ ਕੇ ਬੱਚਿਆਂ ਨਾਲ ਖੜਦਾ। ਬੱਚਾ ਆਪਸ ਬਹੁਤ ਸੀਗੇ ਖੜੇ ਹੋਣ ਲਈ, ਪਰ ਇਹ ਚੀਜ਼ ਹੁਣ ਸੋਲੀਡੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਪੂਰੇ ਹਿੰਦੁਸਤਾਨ ਵਿੱਚ ਹਰ ਤਬਕੇ ਵਿੱਚ ਸੋਲੀਡੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਨਾਲ ਸਭ ਤੋਂ ਵੱਡੀ ਗੱਲ ਇਹ ਹੈ ਇਸ ਟਾਈਮ ਜੋ ਅਸੀਂ ਇੱਧਰ ਦੇਖ ਰਹੇ ਇੱਥੇ ਬਥੇਰੇ ਆਪਾਂ ਦੇਖੇ ਸਰਦਾਰ ਬੰਦੇ ਵੀ ਹੈਗੇ ਜਿਹੜੇ ਸੇਵਾ ਕਰ ਰਹੇ ਆ, ਭਾਵੇਂ ਸਟੂਡੈਂਟ ਹੋਣ ਨਾ ਹੋਣ ਪਰ ਸੇਵਾ ਕਰ ਰਹੇ। ਸੇਮ ਵੇ ਮੁਸਲਮਾਨ ਬੰਦੇ ਵੀ ਹੈਗੇ ਬਥੇਰੇ ਜਿਹੜੇ ਸੇਵਾ 'ਚ ਲੱਗੇ ਆ, ਹਿੰਦੂ ਵੀ ਲੱਗੇ। ਹੁਣ ਸਾਨੂੰ ਨਹੀਂ ਪਤਾ ਲੱਗਦਾ ਬਾਈ ਕੌਣ ਬੰਦਾ ਕਿਹੜਾ ਹੈ, ਕਿਆ ਪਤਾ ਕੋਈ ਮੁੰਡਾ ਪੰਜਾਬੀ ਹੋਵੇ, ਕੋਈ ਮੁਸਲਮਾਨ ਬਗੈਰ ਟੋਪੀ ਪਾਇਆ ਹੋਵੇ। ਏਕਤਾ ਦਿਖ ਰਹੀ ਆ। ਇਹ ਏਦਾਂ ਦੇ ਪ੍ਰੋਟੈਸਟ ਦੱਸਦੇ ਤੁਹਾਨੂੰ ਕਿ ਹਾਂ ਵੀ ਇਸ ਦੇਸ਼ ਵਿੱਚ ਬਹੁਤ ਚੀਜ਼ਾਂ ਹਾਲੇ ਵੀ ਹੈਗੀਆਂ ਨੇ, ਮੌਜੂਦ ਹੈਗਾ ਤੇ ਉਹ ਹੋਣਾ ਚਾਹੀਦਾ। ਪ੍ਰੋਟੈਸਟ ਵੀ ਹੋਣੇ ਚਾਹੀਦੇ ਆ। ਘੱਟੋ ਘੱਟ ਇਹੋ ਜਿਹੀ ਬੇਸ਼ਰਮ ਗਵਰਨਮੈਂਟ ਤਾਂ ਨਹੀਂ ਹੋਣੀ ਚਾਹੀਦੀ ਜਿਹੜਾ ਪ੍ਰੋਟੈਸਟ ਨੂੰ ਸਿਰ ਤੋਂ ਨਕਾਰ ਦੇਵੇ। ਤੁਸੀਂ ਡਾਇਲੋਗ ਕਰਨ ਨੂੰ ਰੈਡੀ ਨਹੀਂ ਹੋ, ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਭ ਤੋਂ ਵੱਡੀ ਤੁਹਾਡੀ ਦਿੱਕਤ ਹੈ ਕਿ ਤੁਸੀਂ ਡਾਇਲੋਗ ਤੱਕ ਕਰਨ ਨੂੰ ਰਾਜੀ ਨਹੀਂ ਹੋ, ਤੁਸੀਂ ਟੇਬਲ ਤੇ ਬੈਠ ਕੇ ਰਾਜੀ ਨਹੀਂ ਹੋ। ਇਹ ਸਭ ਤੋਂ ਵੱਡੀ ਗੱਲ ਹੈ। ਜੇ ਤੁਸੀਂ ਬੈਠਦੇ ਤੇ ਤੁਸੀਂ ਪਹਿਲੇ ਦਿਨ ਬੋਲਦੇ ਕਿ ਨਹੀਂ ਠੀਕ ਹੈ ਬੱਚੋ ਤੁਹਾਡੀ ਜੋ ਵੀ ਦਿੱਕਤ ਅਸੀਂ ਬਹਿ ਕੇ ਗੱਲ ਕਰਾਂਗੇ, ਇੱਥੇ ਤੱਕ ਗੱਲ ਹੀ ਨਹੀਂ ਸੀ ਆਣੀ। ਹੁਣ ਸਵੇਰ ਦਾ ਅਸੀਂ ਦੇਖ ਰਹੇ ਹਾਂ ਕੱਲ ਤੱਕ ਕਿ ਹਾਂ ਵੀ ਬੱਚਿਆਂ ਨੂੰ ਕੁੱਟੀ ਜਾ ਰਹੇ ਆ, ਪੂਰਾ ਦਿਨ ਹੀ ਚੱਲਿਆ ਪੂਰੇ ਦਿਨ ਰੀਲਸ ਤੇ ਹੀ ਚੱਲਿਆ ਕਿ ਹਾਂ ਵੀ ਕੁੱਟਬਾਜ ਹੋ ਰਹੀ ਹੈ, ਲੱਠ ਵੱਜ ਰਿਹਾ। ਹੁਣ ਕੋਈ ਸੋਚਣ ਵਾਲਾ ਗੱਲ ਹੋਵੇ ਕਿ ਚਲੋ ਠੀਕ ਹੈ ਤੁਸੀਂ ਲਾਠੀ ਚਾਰਜ ਕਰਨਾ ਸੀ, ਜਿੱਥੋਂ ਤੁਸੀਂ ਹਟਾਣਾ ਉਤੋਂ ਹਟਾਤਾ। ਤੁਸੀਂ ਪੇੜਾਂ ਦੇ ਪਿੱਛੋਂ, ਗੱਡੀਆਂ ਦੇ ਪਿੱਛੋਂ ਲੱਭ ਕੇ ਬੱਚਿਆਂ ਨੂੰ ਮਾਰ ਰਹੇ ਹੋ। ਇਹ ਤਾਂ ਮਤਲਬ ਇਹ ਹੈ ਨਾ ਕਿ ਤੁਸੀਂ ਤੁਹਾਨੂੰ ਕੋਈ ਇਹ ਚਾਰਜ ਨਹੀਂ ਮਿਲਿਆ ਕਿ ਤੁਸੀਂ ਬਸ ਬੱਚਿਆਂ ਨੂੰ ਹਟਾਣਾ, ਤੁਹਾਨੂੰ ਇਹ ਚਾਰਜ ਮਿਲਿਆ ਵੀ ਕੁਝ ਵੀ ਕਰੋ, ਇਹਨਾਂ ਨੂੰ ਇਹੋ ਜਿਹਾ ਡਰ ਪਾ ਦਿਓ ਕਿ ਇਹ ਦੁਬਾਰਾ ਖੜੇ ਨਾ ਹੋਣ। ਪਰ ਇਹ ਹਿੰਮਤ ਹੈ, ਇਹ ਜੋ ਅਸੀਂ ਅੱਜ ਵੀ ਸਟੇਜ ਤੇ ਦੇਖ ਰਹੇ ਹਾਂ, ਇਹ ਪਿੱਛੇ ਦੇਖ ਰਹੇ, ਇਹ ਹਿੰਮਤ ਹੈ। ਇਹ ਹਿੰਮਤ ਹੋਣੀ ਬਹੁਤ ਜ਼ਰੂਰੀ ਹੈ। ਇਸ ਹਿੰਮਤ ਦੀ ਲੋੜ ਹੈ, ਮੈਨੂੰ ਲੱਗਦਾ ਹਿੰਮਤ ਦੀ ਬਹੁਤ ਲੋੜ ਹੈ।
ਸਿਰਫ ਸਾਡੇ ਤਬਕੇ ਵਿੱਚ ਨਹੀਂ, ਇਹਨਾਂ ਸਟੂਡੈਂਟਸ ਵਿੱਚ ਨਹੀਂ, ਹਰ ਤਬਕੇ ਵਿੱਚ ਇਸ ਹਿੰਮਤ ਦੀ ਲੋੜ ਹੈ। ਹਾਂਜੀ ਜਦੋਂ ਤੱਕ ਜੇ ਕਰੇ ਹਿੰਮਤ ਮੌਕੇ ਭਾਜੀ, ਫਿਰ ਕੁਝ ਨਹੀਂ ਰਹਿਣਾ ਇਸ ਦੇਸ਼ ਵਿੱਚ। ਨਾ ਇਹ ਦੇਸ਼ ਰਹਿਣ ਜੋਗਾ ਰਹੇਗਾ, ਨਾ ਖਾਣ ਜੋਗਾ, ਨਾ ਪੀਣ ਜੋਗਾ। ਪਾਣੀ ਸਾਡਾ ਖਰਾਬ ਹੋ ਚੁੱਕਾ, ਫਸਲਾਂ ਸਾਡੀਆਂ ਜਲ ਜਾਂਦੀਆਂ, ਸਾਨੂੰ ਰਹਿਣ ਦਾ ਕੋਈ ਠਿਕਾਣਾ ਰਹਿ ਨਹੀਂ ਗਿਆ। ਹਰ ਚੀਜ਼ ਵਿੱਚ ਕਰਪਸ਼ਨ ਹੈ, ਹਰ ਚੀਜ਼ ਵਿੱਚ ਕਰਪਸ਼ਨ ਹੈ। ਪਰ ਇਹ ਗਵਰਨਮੈਂਟ ਕਿਸੇ ਨੂੰ ਮੰਨ ਕੇ ਰਾਜੀ ਨਹੀਂ, ਕੋਈ ਅਕਾਊਂਟੇਬਿਲਟੀ ਲੈ ਕੇ ਰਾਜੀ ਨਹੀਂ ਹੈ। ਇਹ ਚੀਜ਼ ਗਲਤ ਹੈ। ਜੇ ਗਵਰਨਮੈਂਟ ਇਹ ਇੰਨੀ ਕੁ ਗੱਲ ਸਮਝ ਲੇ, ਜੇ ਆਪਣੀ ਆਕੜ ਛੱਡ ਕੇ, ਇਹ ਜਿਹੜੇ ਵੱਡੇ ਪ੍ਰਧਾਨ ਸਾਹਿਬ ਹੈ, ਜੇ ਆਪਣੀ ਆਕੜ ਛੱਡ ਕੇ ਥੋੜਾ ਵੀ ਸੋਚਣ ਕਿ ਨਹੀਂ ਬਈ ਇਹੀ ਲੋਕਾਂ ਨੇ ਸਾਨੂੰ ਅੱਗੇ ਕਿਹਾ ਕਿ ਵੋਟ ਦੇਣਾ, ਇਹਨਾਂ ਦੀ ਉਮਰ ਜ਼ਿਆਦਾ ਹੋਏਗੀ, ਪਰ ਇਹ ਬੱਚੇ ਹਲੇ ਛੋਟੇ ਨੇ। हम आए छोटे बच्चों के लिए हैं, अपने छोटे भाइयों के लिए, अपने बच्चों के लिए, भांजों के लिए। हमारा सवाल फिर वही है, हम सवाल यही कर रहे हैं कि जब हमने किसान आंदोलन को खड़ा किया तो खालिस्तानी बोल दिया, NRC बोला तो पाकिस्तानी बोल दिया। अब यहाँ पर हम देशद्रोही हैं यहाँ पर, तो इन्हें देशभक्ति साबित करने के लिए इनके नाजायज बाप से क्या नाम हम सर्टिफिकेट लें क्या? नहीं, हम तिरंगे के नीचे हम बैनर तले कर रहे हैं। इन्होंने कभी खुद तो तिरंगा फहराया नहीं अपने घरों पे, ये हमसे तिरंगा फहराने के लिए बात करते हैं। खुद तो कच्चा पहन के घूमते हैं, वो नारंगी वाला जो अंग्रेजों की गुलामी में शामिल करा। जलियांवाला बाग इन्होंने झेला, मुगलों से लड़ाई हमने लड़ी, अंग्रेजों की तोपों के गोले हमने खाए। इन्होंने क्या करा? सिवाय तलवे चाटे हमेशा। तो ये लोग, अब आप इतनी देर से होंगे, आप शायद दिन में भी आए होंगे, कल भी आए होंगे, सब आपने कोई एक स्लोगन, कोई एक नारा देखा जो देश विरोधी है? कोई उमर खालिद का नाम, कोई टुकड़े टुकड़े गैंग, कुछ भी नाम लिया, किसी का नहीं लिया। तो ये सोच कहाँ से ला रहे हैं? अच्छा, ये बच्चियां यहाँ पर आई हैं, कल को यहाँ जब फोटो चलता है, भाई कोई खींच ले जाता है, तो इनके बारे में जब कोई गलत लिखेगा तो खून नहीं उबलेगा? खून उबलेगा नहीं। अब ये बच्चियां तो आई हैं अपने फ्यूचर के लिए, और इनके बारे में गलत लिखा जाए तो हमें भी तो अफसोस होगा। मैं रात यहाँ से चला गया क्योंकि मैं कल पिटा, ये मेरी एक 15-16 साल की बच्ची थी, बहुत पतली, उसका पुलिस वाला मारा था, मैं उसके आगे प्रोडक्शन में इस तरह से खड़ा हो गया, वो मेरे लग गया। तो मैंने ये महसूस करा कि ये डंडा मैंने खाया, ये डंडा मैंने खाया है। जब मुझे इतना तेज लगा है, अगर ये लड़की के लग जाता या तो वो मर जाती, ये रीढ़ की हड्डी टूट जाती। यार ये लोग आए कहाँ से थे? इनके घर में बच्चे नहीं है, इनके बच्चे नीट का एग्जाम नहीं देंगे, यूपीएससी का एग्जाम नहीं देंगे, एनडीए का एग्जाम नहीं देंगे। अगर मान के चलो दे दिया और वो टॉप कर गए, और कल को उनकी खबर आए पेपर लीक हो गई, वो सुसाइड कर ले, तो कल को भी क्या ये ऐसे कहेंगे अपने लिए? सवाल वही है, ये सरकार वाकई अंधेर नगरी चौपट राजा वाली हो चुकी है, इनको आँख खुलनी चाहिए। अब युवा जाग रहा है, और जिस देश का युवा जागता है वहाँ पर क्रांति आती है। आपको क्या लगता है कि जैसे भाई साहब ने कि देश के युवा की आँख खुल रही है, तो ये जो आँख खुली है, ये किसी बदलाव की तरफ इशारा कर रही है? कोई बड़ा बदलाव होगा इससे? जी, सबसे पहले तो ये एक सेकंड इसको पकड़ लेंगे प्लीज। सॉरी एक मिनट बस, माजरत। एक बार फिर से सवाल पूछ लेंगे। ये जो आंदोलन शुरू हुआ है, आपको क्या लगता है इससे कोई बड़ा बदलाव होगा देश में? जी एब्सोल्युटली। कल जिस तरीके से आपने छोटे छोटे बच्चों को, जिसमें बहुत अंडर एज माइनर बच्चे भी हैं, उन पे आपने लाठी चार्जेस करे, आंसू गैस के गोले बकायदे से फेंके गए जो एक्सपायर्ड थे, और ये कुछ उसमें 7 साल पुराने एक्सपायर्ड गोले थे जिसमें टॉक्सिक पॉइजनस गैस होती है। आपके हम बच्चों को यहाँ मारने की मंशा से आए थे? आपका इरादा क्या था? पीसफुली इतने दिन से ये प्रोटेस्ट चल रहा है, आपसे एक धर्मेंद्र प्रधान का इस्तीफा नहीं लिया गया, आप एक मंत्रालय में अकाउंटेबिलिटी नहीं ले पाए। लेकिन जहां बच्चों ने संसद चलो मार्च लगाया और दिखावे के लिए आपके जेपी नड्डा स्पोक्स पर्सन को बुलाते सीजेपी के, इतने दिन तक आप कहाँ थे, कहाँ मरे हुए थे? आपने वहां पे भी उनको बुला के सिर्फ बिठाए रखा, कोई बातचीत नहीं करी। और मेरा सवाल ये कि जेपी नड्डा का कोई सेंस नहीं बनता है, अगर नितिन नवीन बात करता या खुद धर्मेंद्र प्रधान बात करता, या इस केस में क्योंकि ये मुद्दा इतना इंटरनेशनल बन चुका है, खुद प्रधानमंत्री को बात करनी चाहिए थी। मोदी कहाँ गायब था? बकायदा से संसद में डरपोकों की तरह वो भाग निकला, वहां से भगाया गया उसको। ये हमारे देश का प्रधानमंत्री है जो सिर्फ और सिर्फ नफरत फैला सकता है। मैं मुसलमान हूँ, मुझे पाकिस्तानी बोलेगा, आप सरदार हो, आपको खालिस्तानी बोलेगा। चाहते क्या हो तुम लोग? छोटे छोटे अंडर एज माइनर बच्चों पे अटैक कर रहे हो। पूरी दुनिया में ये खबर चली है, अल जजीरा से लेके, BBC से लेके, न्यूयॉर्क टाइम्स से लेके, आपकी दुनिया में थू थू हो रही है। आपको इस चीज का जायजा लेना चाहिए कि अब इस कदर आप जो लोगों में आक्रोश पैदा हो चुका है आपकी नाइंसाफियों की वजह से, आपकी गीदड़ भग्गियों की वजह से,
It is high time that we demand accountability of this government. It is high time that we take necessary actions. The public is not going to stop. आप आज का मंजर देख लीजिए, कल इन लोगों को लगा था लाठी चार्ज करेंगे, लड़कियों की छाती के ऊपर खड़े होकर इन्होंने डंडे मारे। इतनी तो बेगरत सरकार है ये। लिटरली बच्चों का मनोबल तोड़ने के लिए आपने हर मुमकिन कोशिश करी। गुंडों की तरह आप बच्चों को मार रहे थे। अरे ऐसे जाहिल गुंडे गवारों के, ये अनपढ़ लोगों की सरकार सिर्फ और सिर्फ उनसे ये एक्सपेक्टेशन कर सकते हैं। बावजूद उसके आप देखिए, आज यहाँ का मंजर देखिए, गेट से लेके पूरे जनता मंतर के एंड तक कहीं कोई पानी बांट रहा है, कोई खाना बांट रहा है, कोई जूस बांट रहा है। कहाँ तोड़ लिया आपने बच्चों का मनोबल? और जहाँ बची कुछ अगर कसर थी तो 7 लोक कल्याण मार्ग में कांग्रेस के राहुल गांधी जी, प्रियंका गांधी जी, खड़गे जी, सारे के सारे वहां पहुंच गए। आपने उनको भी डिटेन कर लिया। आपने ऑपोजिशन के यहाँ जितने लीडर्स आए, चाहे डिम्पल यादव जी हो, चाहे अखिलेश यादव, चाहे अरविंद केजरीवाल जी हो, संजय सिंह जी भी हो, जितने तमाम विपक्षी नेता यहाँ पे आए, आपने अंदाजा लगा लिया कि ये मूवमेंट में पूरा ऑपोजिशन के साथ है। बॉलीवुड के यहाँ स्टार्स आ रहे हैं, सिविल सोसाइटी के मेंबर्स आ रहे हैं, ब्यूरोक्रेट्स आ रहे हैं यहाँ पे जो रिटायर्ड हो चुके हैं सर्विस से, कई सारे आर्मी पर्सनल आ रहे हैं। I mean, this whole country is in shambles. मणिपुर जल रहा था, आप तब कुछ नहीं बोलते। पहलवान बेटियां जब त्रस्त हो चुकी थी, त्राही त्राही मची थी, आपने उनकी बात नहीं सुनी। किसान यहाँ पे 1 साल से ज्यादा प्रदर्शन के लिए बैठे थे, आपने उनको दिल्ली एंटर तक नहीं करने दिया। बॉर्डर पे बैठ के 700 से ज्यादा किसानों की शहादत हुई थी। आपके कान में जू तक नहीं रहेंगी, लेकिन आपको हार मानना पड़ा। 3 काले कृषि कानून वापस लेना पड़े। इसी तरीके से बच्चों की आपको मांगनी पड़ेगी, इसके अलावा कोई चारा नहीं है। बहुत बहुत शुक्रिया। ये जो देश, ये जो बेशर्मी है, ये क्या लगता है कि अब टूटेगी? बिल्कुल टूटेगी। और मैं आपसे एक बात कहना चाह रहा था कि आपने 3 इडियट मूवी देखी होगी। 3 इडियट मूवी में आपने देखा होगा, आमिर खान प्रिंसिपल के पास जाता है और वो कहता है कि मेरे दोस्त ने सुसाइड नहीं किया, वो एक मर्डर है। तो ये जो 21 बच्चों ने सुसाइड किया, ये सुसाइड नहीं है, ये मर्डर है। और कोई भी सरकार के अंदर, चाहे किसानों का मर्डर हो, चाहे बच्चों का मर्डर हो, या किसान जो NRC CA में जो लोगों को मारा गया, ये वो मर्डर हो, मर्डर होता है। सरकार से सवाल पूछने का काम आम जनता का है और सरकार का काम है जवाब देना। अगर सरकार जवाब नहीं दे सकती है तो अपना इस्तीफा दीजिए, अपने घर बैठिए। अच्छा हुआ 70 साल से तुम नहीं आए, तुमने 12 साल में इस देश का बेड़ा गर्क कर दिया। इस देश का हर जाति, हर वर्ग, हर समुदाय तुमसे परेशान है। ऊपर वाले अब तो बख्श दो यार, ऊपर वाले के नाम का बख्श दो, चले जाओ, छोड़ दो गद्दी, ऊपर वाले के लिए चले जाओ। थैंक यू, शुक्रिया।